ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਆਪਣੇ ਵੀਰ ਮਨਦੀਪ ਜੀ ਕੋਲ ਪਹੁੰਚੇ ਹਾਂ, ਸਤਿ ਸ੍ਰੀ ਅਕਾਲ। ਜਿਹੜੇ ਕਿ ਮਨਦੀਪ ਚੰਬਲ ਦੇ ਨਾਮ ਦੇ ਨਾਲ ਬਲੌਗ ਚਲਾਉਂਦੇ ਆ। ਤੇ ਮੇਰਾ ਬਲੌਗ ਮਾਫੀ ਚਾਹੂੰਗਾ, ਮੇਰਾ ਬਲੌਗ ਹੈ ਪੰਜਾਬ ਵੀਡੀਓਜ਼ ਦੇ ਨਾਮ ਤੋਂ ਹੈ। ਓਕੇ ਤੇ ਉਹ ਮੇਰੀ ਆਈਡੀ ਐਕਚੁਅਲੀ ਚੰਬਲ ਮੇਰੀ ਕਾਸਟ ਹੈ। ਓਕੇ ਓਕੇ ਮਨਦੀਪ ਵੀ ਮੇਰਾ ਨਾਮ ਹੈ ਤੇ ਸਨੀ ਵੀ ਕਰਕੇ ਲੋਕ ਮੈਨੂੰ ਜਾਣਦੇ। ਓਕੇ ਜੀ ਵੈਰੀ ਗੁੱਡ। ਜੀ ਜੀ ਜੀ। ਮਨਦੀਪ ਜੀ, ਅੱਜ ਮੈਂ ਕੁਝ ਤੁਹਾਡੇ ਬਾਰੇ ਜਾਣਨਾ ਚਾਹਣਾ। ਹਾਂ ਹੁਣ ਬਾਰੇ ਨਹੀਂ, ਤੁਹਾਡੇ ਪਾਸਟ ਬਾਰੇ ਦਾ ਹਾਂ ਸਵਾਲ ਕੁਛ ਇਦਾਂ ਦੇ ਹੋਣਗੇ ਜਿਹੜੇ ਤੁਹਾਡੇ ਪਾਸਟ ਨਾਲ ਜੁੜੇ ਹੋਣਗੇ, ਤੁਹਾਨੂੰ ਅੰਦਰੋਂ ਝੰਜੋੜਨਗੇ ਵੀ। ਅੱਛਾ, ਤਿੱਖੇ ਪਰ ਹੋਣਗੇ। ਤਿੱਖੇ ਨਹੀਂ ਹੋਣਗੇ, ਮਾਰ ਦੇਣ ਵਾਲੇ। ਦੇਖੋ ਕਿਤੇ ਤੁਹਾਨੂੰ ਝੰਜੋੜ ਦੇਣਗੇ ਅੰਦਰੋਂ, ਪਰ ਤੁਸੀਂ ਉਹਨਾਂ ਦਾ ਜਵਾਬ ਹੈ ਜਿਹੜਾ ਬੜੇ ਹੌਸਲੇ ਨਾਲ ਦੇਣਾ, ਕਿਉਂਕਿ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ। ਜੀ ਸੋ ਆਪਾਂ ਸ਼ੁਰੂ ਕਰਦੇ ਹਾਂ। ਜੀ। ਸੌਰੀ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਹਾਂ ਐਕਚੁਅਲੀ ਇਸ ਚੀਜ਼ ਨੂੰ ਜੇ ਮੈਂ ਹੋਰ ਤਰੀਕੇ ਨਾਲ ਕਹਾਂ ਕਿ ਜ਼ਿੰਦਗੀ ਚਲਾ ਰਹੀ ਹੈ। ਓਕੇ ਪਹਿਲਾਂ ਇਹ ਲੱਗਦਾ ਸੀ ਕਿ ਜ਼ਿੰਦਗੀ ਅਸੀਂ ਚਲਾਉਂਦੇ ਹਾਂ। ਸ਼ਾਇਦ ਉਦੋਂ ਕੱਚੀ ਉਮਰ ਸੀ, ਕੱਚੇ ਪੈਰ ਸੀ ਸਾਡੇ, ਅੱਜ ਵੀ ਕੱਚੇ ਹੀ ਹੈ, ਲੇਕਿਨ ਫਿਰ ਵੀ ਅੱਗੋਂ ਨਾਲੋਂ ਸਾਡੇ ਥੋੜ੍ਹੇ ਜਿਹੇ ਪੈਰ ਪੱਕੇ ਨੇ। ਓਕੇ ਓਕੇ ਤੇ ਖੈਰ ਇੰਨੇ ਕੁ ਪੱਕੇ ਨੇ ਹੁਣ ਕਿ ਜਿਵੇਂ ਖੰਗਰ ਇੱਟਾਂ ਹੁੰਦੀਆਂ ਨੇ, ਖੰਗਰ ਇੱਟ ਤੁਸੀਂ ਦੇਖੀ ਹੋਣੀ ਹੈ, ਹਾਂਜੀ ਹਾਂਜੀ ਜਿਹੜੀ ਸਖਤ ਕਾਲੀ ਜਿਹੇ ਰੰਗ ਦੀ ਇੱਟ ਹੁੰਦੀ ਹੈ। ਹਾਂਜੀ ਉਹ ਜਦੋਂ ਉਹਨੂੰ ਗਰਮ ਕਰ ਕਰਕੇ ਜ਼ਿਆਦਾ ਉਹ ਪੱਕ ਜਾਂਦੀ ਹੈ, ਉਹਨੂੰ ਖੰਗਰ ਇੱਟ ਕਹਿੰਦੇ ਹਾਂ, ਨੇ। ਤੁਹਾਡੀ ਗੱਲ ਸੁਣ। ਜਾਂ ਕੋਈ ਇੱਟ ਪੁਰਾਣੀ ਹੋ ਜਾਂਦੀ ਹੈ, ਬਹੁਤ ਜ਼ਿਆਦਾ ਸਖਤ ਇੱਟ ਜਿਹਨੂੰ ਕਹਿੰਦੇ ਨੇ, ਉਹਦਾ ਟੋਟਾ ਵੀ ਤੋੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਜ਼ਿੰਦਗੀ ਉਸੇ ਤਰੀਕੇ ਨਾਲ ਪਹਿਲਾਂ ਲੱਗਦਾ ਸੀ ਕਿ ਜ਼ਿੰਦਗੀ ਚੱਲ ਰਹੀ ਹੈ, ਬਟ ਹੁਣ ਮੈਨੂੰ ਲੱਗਦਾ ਕਿ ਜ਼ਿੰਦਗੀ ਡਰਾਈਵ ਕਰਦੀ ਹੈ ਤੁਹਾਨੂੰ। ਤੁਸੀਂ ਮੁਸਾਫਿਰ ਹੋ ਤੇ ਤੁਸੀਂ ਸਫ਼ਰ ਨੂੰ ਇੰਜੋਏ ਕਰੋ, ਜਿੱਥੇ ਤੁਹਾਡੀ ਡੈਸਟੀਨੀ ਆਏਗੀ ਉਹਨੇ ਉੱਥੇ ਤੁਹਾਨੂੰ ਉਤਾਰ ਦੇਣਾ। ਜੀ ਦੇਖੋ, ਜ਼ਿੰਦਗੀ ਦੇ ਬੜੇ ਰੰਗ ਹੁੰਦੇ ਆ, ਜ਼ਿੰਦਗੀ ਆਪਣੇ ਮੁਤਾਬਕ ਹਰੇਕ ਇਨਸਾਨ ਨੂੰ ਚਲਾਉਂਦੀ ਹੈ। ਪਰ ਮੈਂ ਪੁੱਛੂੰਗਾ ਤੁਹਾਨੂੰ ਵੀ ਤੁਹਾਡਾ ਦਿਲ ਖੰਗਰ ਹੋ ਗਿਆ ਜਦ ਤੱਕ ਤੁਹਾਡਾ ਸਰੀਰ ਖੰਗਰ। ਦੇਖੋ ਦੋਹੇ ਗੱਲਾਂ ਨੇ। ਜਦੋਂ ਜ਼ਿੰਦਗੀ ਚਲਾਉਂਦੀ ਹੈ ਫਿਰ ਧੁੱਪ ਵੀ ਆਉਂਦੀ ਹੈ, ਫਿਰ ਛਾਂ ਵੀ ਆਉਂਦੀ ਹੈ। ਤੇ ਜਦੋਂ ਤੁਸੀਂ ਸਾਰੀਆਂ ਚੀਜ਼ਾਂ 'ਚ ਜਿੱਦਾਂ ਸੋਨਾ ਹੁੰਦਾ ਨਾ, ਸੋਨਾ ਕਿ ਭੱਠੀ 'ਚ ਜਦੋਂ ਜਾਂਦਾ ਹੈ ਤੇ ਫਿਰ ਨਿਖਰ ਕੇ ਹੋਰ ਆਉਂਦਾ ਹੈ। ਇਸੇ ਤਰੀਕੇ ਨਾਲ ਬੜੀਆਂ ਧੁੱਪਾਂ ਵੀ ਆਈਆਂ ਤੇ ਬੜੀਆਂ ਛਾਵਾਂ ਵੀ ਆਈਆਂ, ਪਰ ਸਭ ਤੋਂ ਵਧੀਆ ਰੰਗ ਇਹ ਹੈ ਕਿ ਸਾਰੇ ਰੰਗ ਮਾਰੇ ਨੇ। ਤੇ ਫਿਰ ਇਸਕੇ ਦੀ ਬਰਸਾਤ ਕਦੋਂ ਹੋਈ ਤੇ ਪਤਝੜ ਕਦੋਂ? ਨਹੀਂ, ਇਹ ਪੁੱਛਣਾ ਜ਼ਰੂਰੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਇਸ਼ਕੇ ਦੀ ਬਰਸਾਤ ਦਾ ਐਕਚੁਅਲੀ ਹਰੇਕ ਬੰਦੇ ਦੇ ਨਾ ਆਪਦੇ ਹਾਰਮੋਨਸ ਹੁੰਦੇ ਨੇ, ਆਪਦਾ ਨੇਚਰ ਹੁੰਦਾ। ਮੈਂ ਥੋੜ੍ਹਾ ਸ਼ੁਰੂ ਤੋਂ ਇਮੋਸ਼ਨਲ ਸੀ ਤੇ ਲੋਕਾਂ ਲਈ ਜਾਨ ਵੀ ਦੇ ਸਕਦਾ ਸੀ। ਜਾਨ ਦੇਣ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਬਹੁਤ ਸਾਈਕੋ ਸੀਗਾ, ਬਸ ਮੈਂ ਇੰਨੀ ਸ਼ਿੱਦਤ ਨਾਲ ਕਿਸੇ ਵੀ ਰਿਸ਼ਤੇ ਨੂੰ ਤਵੱਜੋ ਦਿੱਤੀ ਹੈ। ਮੈਨੂੰ ਇੱਦਾਂ ਲੱਗਦਾ ਹੈ ਜਦ ਕੋਈ ਰਿਸ਼ਤਾ ਬਣਦਾ ਹੈ ਜ਼ਿੰਦਗੀ ਦੇ ਵਿੱਚ, ਉਹ ਬਣਦਾ, ਉਹ ਮਰਦਾ ਨਹੀਂ। ਜ਼ਹਿਨੀ ਤੌਰ ਤੇ ਮਰ ਸਕਦਾ ਹੈ, ਸਰੀਰਕ ਤੌਰ ਤੇ ਮਰ ਸਕਦਾ ਉਹ ਰਿਸ਼ਤਾ, ਪਰ ਅਸਲ ਵਿੱਚ ਜਦੋਂ ਕਿਸੇ ਨਾਲ ਆਪਾਂ ਜੁੜ ਜਾਂਦੇ ਹਾਂ ਤਾਂ ਉਮਰ ਤਾਂ ਆਪਾਂ ਭੁੱਲਦੇ ਨਹੀਂ। ਉੱਪਰ ਮੈਂ ਦੇਖਿਆ ਨਹੀਂ। ਸੋ ਮੇਰੇ ਦਿਲ 'ਚ ਹਮੇਸ਼ਾ ਇਹੀ ਹੁੰਦਾ ਕਿ ਜਦੋਂ ਮੈਂ ਕਿਸੇ ਨਾਲ ਜੁੜਦਾ ਹਾਂ ਕਿਸੇ ਵੀ ਤਰੀਕੇ ਦੇ ਨਾਲ, ਤੇ ਮੈਂ ਪਤਾ ਨਹੀਂ, ਮੈਨੂੰ ਨਫ਼ਰਤ ਨਹੀਂ ਹੁੰਦੀ ਕਦੇ ਵੀ। ਨਾ ਅੱਜ ਨਫ਼ਰਤ ਹੈ, ਨਾ ਕੱਲ੍ਹ ਨਫ਼ਰਤ ਹੈ। ਹਾਂ, ਇਹ ਨਹੀਂ ਹੈ ਕਿ ਮੇਰੀਆਂ ਫੀਲਿੰਗਸ ਹੋ ਰਹਿੰਦੀਆਂ ਨੇ। ਫੀਲਿੰਗ ਟਾਈਮ ਨਾਲ ਹਰ ਚੀਜ਼ ਦੀ ਬਦਲਦੀ ਹੈ। ਜੇ ਅੱਜ ਕੋਈ ਉਹਨਾਂ ਦਾ ਪਰਿਵਾਰ ਹੈ, ਚਾਹੇ ਦੋਸਤ ਹੈ, ਚਾਹੇ ਕੋਈ ਫੀਮੇਲ ਫਰੈਂਡ ਹੈ ਜਾਂ ਮੇਲ ਫਰੈਂਡ ਹੈ, ਉਹਨਾਂ ਦਾ ਪਰਿਵਾਰ ਨੇ, ਬੱਚੇ ਨੇ, ਅੱਜ ਉਸ ਤਰੀਕੇ ਦੀ ਰਿਸਪੈਕਟ ਹੈ। ਪਰ ਸਭ ਤੋਂ ਵੱਡਾ ਦੁੱਖ ਔਰ ਦੁਖਾਂਤ ਵਾਲੀ ਚੀਜ਼ ਇਹ ਹੁੰਦੀ ਹੈ ਕਿ ਜਿਸ ਲੈਵਲ 'ਤੇ ਅਸੀਂ ਸੋਚਦੇ ਹਾਂ, ਜੋ ਸਾਡੀ ਸਾਈਕੋਲੋਜੀ ਹੈ ਜਾਂ ਜੋ ਸਾਡੇ ਸਟੈਂਡਰਡ ਆਫ ਥਿੰਕਿੰਗ ਹੈ, ਉਹ ਸਾਹਮਣੇ ਵਾਲਿਆਂ ਦੀਆਂ ਹੈ ਨਹੀਂ। ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਐਂ ਲੱਗਦਾ ਹੈ ਕਿ ਇਸ ਬੰਦੇ ਨੂੰ ਅੱਜ ਵੀ ਕੋਈ ਸਾਡੇ ਨਾਲ ਗਰਜ਼ ਹੈ। ਹਾਲਾਂਕਿ ਜਦੋਂ ਇੱਕ ਵਾਰੀ ਜਦੋਂ ਪੱਤਾ ਦਰਖਤ ਨਾਲ ਟੁੱਟ ਜਾਂਦਾ, ਉਹ ਟੁੱਟ ਜਾਂਦਾ ਹੈ, ਉਹ ਦੁਬਾਰਾ ਨਹੀਂ ਜੁੜਦਾ, ਪਰ ਵੱਜਦਾ ਉਹਦਾ ਹੀ ਹੈ। ਰਾਈਟ। ਸੋ ਉਹੀ ਗੱਲ ਹੈ ਕਿ ਇਸ਼ਕ ਦੀ ਉਸੇ ਤਰੀਕੇ ਨਾਲ ਬਰਸਾਤ ਹੋਈ ਵੀ ਤੇ ਪਤਝੜ ਵੀ ਆਈ, ਪਰ ਇਸ਼ਕ ਦੀ ਜਿਹੜੀ ਬਰਸਾਤ ਦੇ ਇੰਨੇ ਨਜ਼ਾਰੇ ਸੀ, ਜਦੋਂ ਪਤਝੜ ਵੀ ਆਈ ਨਾ ਤਾਂ ਉਹ ਬਰਸਾਤਾਂ ਸਾਨੂੰ ਯਾਦ ਆਉਂਦੀਆਂ ਰਹੀਆਂ, ਤੇ ਉਹ ਬਰਸਾਤਾਂ ਦੇ ਸਿਰ ਤੇ ਉਹਨਾਂ ਨੂੰ ਯਾਦ ਕਰਕੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਸਾਡੇ ਪਤਝੜ ਨਿਕਲ ਗਈ। ਪਰ ਪਤਝੜ ਦਾ ਵੀ ਆਪਣਾ ਹੀ ਮਜ਼ਾ ਦੋਸਤੋ। ਪਤਝੜ ਜਦੋਂ ਆਉਂਦੀ ਹੈ ਜ਼ਿੰਦਗੀ ਦੇ ਵਿੱਚ, ਜਦੋਂ ਆਉਂਦੀ ਹੈ ਨਾ
ਤੇ ਜਦੋਂ ਆਪਾਂ ਕਿਸੇ ਸਪੋਜ਼ ਕਰੋ ਕੋਈ ਚੀਜ਼ ਆਪਾਂ ਕਦੀ ਚੀਜ਼ ਖਾਧੀ ਨਹੀਂ, ਆਪਾਂ ਕਹੀਏ ਬੜੀ ਸਵਾਦ ਆ ਬੜੀ ਸਵਾਦ ਆ। ਹੁਣ ਸਪੋਜ਼ ਕਰੋ ਇੱਕ ਕੜਾਹ ਹੈ, ਤੇ ਕੜਾਹ ਜਦ ਤੱਕ ਬਣ ਕੇ ਆਪਣੇ ਮੂੰਹ 'ਚ ਨਹੀਂ ਜਾਂਦਾ ਉਸ ਤੱਕ ਆਪਾਂ ਨੂੰ ਸਵਾਦ ਨਹੀਂ। ਹੁਣ ਸਾਹਮਣੇ ਪਈ ਚੀਜ਼ ਨੂੰ ਆਪਾਂ ਸਵਾਦ ਕਹੀ ਜਾਈਏ। ਇਸੇ ਤਰੀਕੇ ਨਾਲ ਜਦੋਂ ਉਹ ਟਾਈਮ ਆਉਂਦਾ ਉਹ ਵੀ ਬੜਾ ਰੰਗਦਾਰ ਹੁੰਦਾ। ਤੇ ਜਦੋਂ ਉਹ ਦੂਸਰਾ ਆਉਂਦਾ ਹੈ ਉਹ ਬਿਰਹਾ ਵਾਲਾ, ਬਿਰਹਾ ਦੇ ਵਿੱਚ ਜਦੋਂ ਸ਼ਿਵ ਕੁਮਾਰ ਹੋਣਾ ਨੂੰ ਪੜ੍ਹਨਾ, ਹੋਰ ਚੀਜ਼ਾਂ ਸੁਣਨੀਆਂ ਤੇ ਲਿਟਰੇਚਰ ਪੜ੍ਹਨਾ ਤੇ ਮਹਿਸੂਸ ਕਰਨਾ ਉਹਨਾਂ ਚੀਜ਼ਾਂ ਨੂੰ, ਫਿਰ ਤੁਹਾਡੇ ਵਿੱਚ ਮੈਨੂੰ ਲੱਗਦਾ ਤੁਹਾਡੇ ਜ਼ਿਹਨ 'ਚ ਸਾਦਗੀ ਆਉਂਦੀ ਹੈ, ਸਾਦਾਪਣ ਆਉਂਦਾ, ਤੁਸੀਂ ਰਾਹ ਹੁੰਦੇ ਹੋ, ਤੁਸੀਂ ਆਪਣੀ ਮਿੱਟੀ ਨਾਲ ਹੋਰ ਜੁੜਦੇ ਹੋ, ਤੁਹਾਡੇ 'ਚ ਮਤਲਬ ਸਾਧਪੁਣਾ ਆਉਂਦਾ ਹੈ। ਕੋਈ ਦਿਖਾਵਾ ਨਹੀਂ ਰਹਿ ਜਾਂਦਾ, ਕੋਈ ਮੈਂ ਨਹੀਂ ਰਹਿ ਜਾਂਦੀ, ਸਿਰਫ ਪਿਆਰ ਹੀ ਪਿਆਰ ਹੁੰਦਾ, ਰਿਸਪੈਕਟ ਹੁੰਦੀ ਹੈ। ਪਰ ਮੈਂ ਅੱਜ ਦੇ ਟਾਈਮ 'ਚ ਇਹ ਚੀਜ਼ ਮਹਿਸੂਸ ਕਰਦਾ ਕਿ ਰਿਸ਼ਤਿਆਂ ਦੇ ਜਿਹੜੇ ਮਾਇਨੇ ਨੇ ਉਹ ਸਾਡੇ ਲਈ ਜੋ ਹੁੰਦੇ ਨੇ ਜਾਂ ਜੋ ਮੇਰੇ ਲਈ ਸੀ ਉਹ ਸ਼ਾਇਦ ਲੋਕਾਂ ਲਈ ਨਹੀਂ ਸੀ। ਲੋਕ ਅੱਜ ਕੱਲ੍ਹ ਜ਼ਿਆਦਾ ਮਟੀਰੀਅਲਿਸਟਿਕ ਹੋ ਗਏ ਨੇ, ਉਹ ਸ਼ਾਇਦ ਪੈਸੇ ਨੂੰ, ਹੋਰਾਂ ਚੀਜ਼ਾਂ ਨੂੰ, ਜ਼ਿੰਦਗੀ ਦੀਆਂ ਨੂੰ ਜ਼ਿਆਦਾ ਤਵੱਜੋ ਦਿੰਦੇ ਨੇ। ਪਰ ਜਿਹੜਾ ਪਿਆਰ ਹੈ ਜਾਂ ਮੁਹੱਬਤ ਹੈ, ਮੈਨੂੰ ਲੱਗਦਾ ਜਾਂ ਤਾਂ ਫਿਲਮਾਂ ਤੱਕ ਸੀਮਿਤ ਰਹਿ ਗਈ ਹੈ, ਜਾਂ ਕਿਤਾਬਾਂ ਤੱਕ ਸੀਮਿਤ ਰਹਿ ਗਈ ਹੈ, ਜਾਂ ਕਹਾਣੀਆਂ ਸਿੱਠਣੀਆਂ ਤੱਕ ਜੋ ਵੀ ਸਹੀ ਸਾਡੀ ਉਹਦੇ ਸੀਮਿਤ ਰਹਿ ਗਈ ਹੈ। ਅਸਲ ਵਿੱਚ ਹੁਣ ਇਹਦੀ ਕੋਈ ਬਹੁਤੀ ਨਾ ਤਾਂ ਲੋਕਾਂ ਨੂੰ ਇਹਦੇ ਬਾਰੇ ਪਤਾ ਹੈ, ਨਾ ਇਹਦੀ ਮਾਨਤਾ ਨੂੰ ਮੰਨਦੇ ਨੇ, ਨਾ ਉਹਨਾਂ ਦੀ ਇੰਨੀ ਸਟੱਡੀ ਹੈ, ਨਾ ਉਹਨਾਂ ਦਾ ਮੈਂ ਕਹੂੰਗਾ ਮੈਂਟਲ ਲੈਵਲ ਜਾਂ ਇੰਟੈਲੈਕਟ ਐਡਾ ਵਧੀਆ ਹੈ ਕਿ ਉਸ ਚੀਜ਼ ਨੂੰ ਸਮਝ ਸਕਣ। ਸੋ ਮੇਰੇ ਲਈ ਐਂਡ ਤੇ ਇਹ ਕਹਾਂਗੇ ਕਿ ਇਸ਼ਕ ਦੀ ਜਿਹੜੀ ਬਰਸਾਤ ਸੀ ਉਹ ਵੀ ਇਕੁਅਲੀ ਗੁੱਡ ਸੀ, ਤੇ ਜਿਹੜਾ ਪਤਝੜ ਆਈ ਉਹਨੇ ਵੀ ਫਿਰ ਜਦੋਂ ਆਪਣਾ ਰੰਗ ਦਿਖਾਇਆ ਤੇ ਫਿਰ ਉਹ ਫਿਰ ਜਦੋਂ ਮੁਰਸ਼ਿਦ ਨਾਲ ਫਿਰ ਲੱਗਦੀ ਹੈ ਫਿਰ ਜਦੋਂ ਸਭ ਪਾਸਾ ਮੋੜਦੇ ਨੇ, ਫਿਰ ਉਹ ਜਦੋਂ ਪਰਮਾਤਮਾ ਦੇ ਨਾਲ ਜਦੋਂ ਲੱਗਦੀ ਹੈ ਤੁਹਾਡੀ ਤੋਂ ਬਿਰਤੀ ਲੱਗਦੀ ਹੈ। ਸੋ ਮੈਨੂੰ ਲੱਗਦਾ ਕਿ ਉਹਦੀ ਵਰਗਾ ਵੀ ਕੁਝ ਸਵਾਲ ਜੀ। ਤੁਸੀਂ ਇਸ ਚੀਜ਼ ਨੂੰ ਜਸਟ ਸਮਝਿਓ ਨਾ, ਇਸ ਨੂੰ ਫੀਲ ਕਰਨ ਦੀ ਕੋਸ਼ਿਸ਼ ਕਰੋ। ਇੱਕ ਵਾਰੀ ਤੁਸੀਂ ਇਸ ਕੁਐਸਚਨ ਤੋਂ ਇਸ਼ਕ ਦੀ ਬਰਸਾਤ ਕਦੋਂ ਹੋਈ ਤੇ ਪਤਝੜ ਦਾ ਮੌਸਮ ਕਦੋਂ ਆਇਆ, ਇੱਕ ਵਾਰੀ ਪਲੀਜ਼ ਰਿਵਾਈਂਡ ਕਰਕੇ ਜ਼ਰੂਰ ਸੁਣਿਓ। ਤੇ ਮਨਦੀਪ ਜੀ, ਮੈਂ ਤੁਹਾਨੂੰ ਇੱਕ ਚੀਜ਼ ਇੰਟਰਪਟ ਕਰਨਾ ਚਾਹੁੰਦਾ ਕਿ ਇੱਥੇ ਪੀੜ ਤਾਂ ਨਹੀਂ ਹੋਈ? ਜੇ ਪੀੜ ਹੋ ਰਹੀ ਹੈ ਆਪਾਂ ਬੰਦ ਕਰ ਦਿੰਦੇ ਹਾਂ। ਨਹੀਂ ਕੋਈ ਪੀੜ ਨਹੀਂ, ਮੈਂ ਤਾਂ ਸਗੋਂ ਚਾਹ ਹੋ ਰਿਹਾ ਸੀ ਮੇਰਾ ਮਨ। ਓਕੇ ਤੇ ਫਿਰ ਆਪਣਾ ਸ਼ਿਵ ਕੁਮਾਰ ਬਟਾਲਵੀ ਵਾਲਾ ਪੇਜ ਖੁੱਲਿਆ। ਸ਼ਿਵ ਕੁਮਾਰ ਬਟਾਲਵੀ ਕਈਆਂ ਦਾ ਸਿਰਫ ਫੇਸਬੁੱਕਾਂ ਤੱਕ ਰਹਿ ਜਾਂਦਾ, ਕਈਆਂ ਦਾ ਕਿਤੇ ਰਹਿ ਜਾਂਦਾ। ਮੈਂ ਜਦੋਂ ਮੈਨੂੰ ਯਾਦ ਆ ਮੈਂ ਕਾਲਜ ਪੜ੍ਹਦਾ ਸੀਗਾ, ਫਸਟ ਈਅਰ ਦੀ ਗੱਲ ਹੋਣੀ ਹੈ, ਤੇ ਮੈਂ ਯੂਨੀਵਰਸਿਟੀ ਆਪਦੇ ਕਿਸੇ ਫਰੈਂਡ ਨੂੰ ਕਹਿ ਕੇ ਭਾਵੇਂ ਬੁੱਲੇ ਸ਼ਾਹ ਦੀਆਂ ਕਿਤਾਬਾਂ ਮੈਂ ਇਸ਼ੂ ਕਰਾਈਆਂ ਸੀ। ਸ਼ਿਵ ਕੁਮਾਰ ਮੈਂ ਖੁਦ ਲਿਆਂਦੀ ਸੀ ਭਾਸ਼ਾ ਵਿਭਾਗ ਤੋਂ, ਤੇ ਮੈਂ ਹੀਰ ਲਿਆਂਦੀ ਸੀ ਵਾਰਿਸ ਸ਼ਾਹ ਦੀ, ਥੋੜ੍ਹਾ ਪੜ੍ਹਦਾ ਸੀ ਜਿੰਨੀ ਕਿ ਮੇਰੀ ਸਮਝ ਆਉਂਦੀ ਸੀ ਚੀਜ਼ਾਂ ਨੂੰ। ਤੇ ਇਹਨਾਂ ਨਾਲ ਜਿਹੜਾ ਮੇਰਾ ਨਾਤਾ ਹੈ, ਸ਼ਾਇਦ ਪਰਮਾਤਮਾ ਨੇ ਮੇਰੀ ਡੈਸਟਨੀ ਪਹਿਲਾਂ ਹੀ ਲਿਖੀ ਸੀ ਮੈਨੂੰ ਲੱਗਦਾ ਹੈ। ਤੇ ਮੈਨੂੰ ਲੱਗਦਾ ਕਿ ਮੇਰਾ ਉਹ ਬੜੀ ਛੋਟੀ ਉਮਰੇ ਇਹਨਾਂ ਦੇ ਨਾਲ ਨਾਤਾ ਜੁੜ ਗਿਆ ਸੀ। ਤੇ ਜਦੋਂ ਮੇਰਾ ਇਹਨਾਂ ਦਾ ਨਾਲ ਨਾਤਾ ਜੁੜਿਆ ਤੇ ਮਤਲਬ ਮੈਂ ਪੜ੍ਹਦਾ ਹੁੰਦਾ ਸੀਗਾ, ਤੇ ਉਹ ਅੰਦਰ ਜਿਹੜਾ ਬੀਜ ਸੀਗਾ ਉਹ ਬੜੇ ਪਹਿਲਾਂ ਬੋਲਿਆ ਸੀਗਾ। ਫਿਰ ਜਦੋਂ ਉਹ ਕਰੈਕਟਰਸ ਪਲੇ ਕੀਤੇ ਜ਼ਿੰਦਗੀ ਨੇ, ਜਾਂ ਉਹ ਮੈਨੂੰ ਜੋ ਮੈਨੂੰ ਕਿਰਦਾਰ ਦਿੱਤੇ ਜ਼ਿੰਦਗੀ ਨੂੰ, ਮੈਂ ਕਿਰਦਾਰ ਉਹਨਾਂ ਨੂੰ ਮੈਂ ਜੀਆ, ਤਾਂ ਜਿਵੇਂ ਮੈਂ ਉਹਨਾਂ ਨੂੰ ਜੀਂਦਾ ਗਿਆ ਉਵੇਂ ਮੈਨੂੰ ਉਹਨਾਂ ਦੇ ਮਾਇਨੇ ਹੋਰ ਪਤਾ ਲੱਗਦੇ ਰਹੇ, ਹੋਰ ਗੂੜੇ ਹੁੰਦੇ ਗਏ ਜ਼ਿੰਦਗੀ 'ਚ ਮੇਰੇ ਉਹਨਾਂ ਦੇ ਮਾਇਨੇ, ਉਹਨਾਂ ਦੀ ਕੀਮਤ। ਤੇ ਫਿਰ ਮੈਂ ਸ਼ਿਵ ਕੁਮਾਰ ਨੂੰ ਮਹਿਸੂਸ ਵੀ ਕੀਤਾ ਕਿ ਕਿਵੇਂ ਸ਼ਿਵ ਕੁਮਾਰ ਰਾਤ ਨੂੰ ਉੱਠ ਕੇ ਇਹ ਲਿਖ ਦਿੰਦਾ ਹੋਣਾ ਕਿ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚੋਂ ਬਿਰਹਾ ਦੀ ਰੜਕ ਆਵੇ। ਸੋ ਬਿਰਹਾ ਇੱਕ ਵਰਡ ਬਹੁਤ ਡੂੰਘਾ ਵਰਡ ਹੈ। ਅੱਧੀ ਰਾਤੀ ਉੱਠ ਉਹ ਰੋਵਾਂ ਮੋਏ ਮਿੱਤਰਾਂ ਮਾਏ ਮੈਨੂੰ ਨਾ ਨੀਂਦ ਪਾਵੇ। ਸੋ ਐਵੇਂ ਨਹੀਂ ਤਰਲੇ ਪਾਉਣੇ ਆਪਣੀ ਮਾਂ ਨੂੰ ਕਹਿਣਾ। ਅਸਲ ਵਿੱਚ ਜਦੋਂ ਕਿਸੇ ਦੇ ਲੱਗਦੀ ਹੈ, ਜਿਸ ਸਰੀਰ ਦੇ ਵਿੱਚ ਲੱਗਦੀ ਹੈ, ਛੋਟੀ ਉਮਰੇ ਦਾਰੂ ਜਾਂ ਸ਼ਰਾਬ ਦਾ ਸਹਾਰਾ ਲੈਣਾ ਕੋਈ ਆਮ ਗੱਲ ਨਹੀਂ ਹੈਗੀ। ਹਰ ਕੋਈ ਨਹੀਂ ਚਾਹੁੰਦਾ ਕਿ ਆਪਣੀ ਜ਼ਿੰਦਗੀ ਨੂੰ, ਜਦੋਂ ਪਰ ਜ਼ਿੰਦਗੀ ਕਈ ਬੰਦੇ ਇਮੋਸ਼ਨਲ ਹੁੰਦੇ ਨੇ ਸਾਡੇ ਕੋਲ, ਤੇ ਉਹ ਜਦੋਂ ਜ਼ਿੰਦਗੀ ਦੇ ਰੰਗ ਦੇਖਦੇ ਆ, ਲੋਕਾਂ ਨੂੰ ਬਦਲਦੇ ਦੇਖਦੇ ਆ, ਅਸੀਂ ਮੈਨੂੰ ਇੱਦਾਂ ਲੱਗਦਾ ਆ ਕਿ ਸ਼ਾਇਦ ਬੰਦਾ ਇੱਕ ਵਾਰੀ ਜੁੜਦਾ ਆ ਕਿਸੇ ਨਾਲ, ਦੁਬਾਰਾ ਜ਼ਿੰਦਗੀ 'ਚ ਤਾਂ ਸਮਝੌਤੇ ਹੁੰਦੇ ਨੇ। ਪਰ ਕਈ ਵਾਰੀ ਕੀ ਹੁੰਦਾ ਕਿ ਪ੍ਰਮਾਤਮਾ ਦਾ ਐਸਾ ਕਰਮ ਹੋਵੇ ਤੁਹਾਡੇ ਤੇ, ਬੰਦਾ ਦੂਸਰੀ ਵਾਰ ਵੀ ਜੁੜਦਾ ਤੇ ਤੀਸਰੀ ਵਾਰ ਵੀ ਜੁੜਦਾ। ਪ੍ਰਮਾਤਮਾ ਇੱਕ ਐਸੀ, ਆਮ ਕਰਕੇ ਮੈਂ ਹੋਰਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਕਿ ਮੇਰੇ ਜਿੰਨਾ ਕਿ ਮੈਂ ਐਕਸਪੀਰੀਅੰਸ ਦੇਖਿਆ ਮੇਰੇ ਸਰਕਲ 'ਚ, ਜਿਹੜੇ ਲੋਕ ਵਿਚਾਰੇ ਇੱਕ ਵਾਰ ਜੁੜੇ ਔਰ ਜਿਹੜੇ ਉਸ ਤੋਂ ਬਾਅਦ ਜਿਹੜੇ ਉਹ ਟੁੱਟੇ ਤੇ ਦੁਬਾਰਾ ਉਹਨੂੰ ਤੇ ਜੁੜ ਨਹੀਂ ਹੋਏ।
ਸੋ ਮੈਨੂੰ ਐਂ ਲੱਗਦਾ ਕਿ ਕਿਸੇ ਚੀਜ਼ ਦੀ ਰਵਾਨਗੀ ਉਸੇ ਚੀਜ਼ 'ਚ ਹੁੰਦੀ ਹੈ ਜਿੱਦਾਂ ਪਾਣੀ ਦੀ ਰਵਾਨਗੀ ਹੁੰਦੀ ਹੈ ਬਹਿਣ ਦੇ ਵਿੱਚ। ਉਹ ਬਹਿ ਜੇ ਤਾਂ ਉਹਦੀ ਖੁਸ਼ਬੂ ਰਹਿੰਦੀ ਹੈ, ਜੇ ਖੜ ਜੇ ਤਾਂ ਉਹ 'ਚ ਮੱਛੀਆਂ ਹੁੰਦੀਆਂ। ਸੋ ਕਿਸੇ ਚੀਜ਼ ਦਾ ਉਹਦਾ ਜੀਵਨ ਉਸੇ ਚੀਜ਼ ਜੋ ਉਹ ਚੱਲ ਉਹਦੇ 'ਚ ਇੱਕ ਚੱਲਣ ਹੈ, ਉਸ ਚੀਜ਼ 'ਚ ਰਵਾਨਗੀ ਹੈ, ਤੋਰਾ ਹੈ ਉਸ ਚੀਜ਼ 'ਚ, ਉਹ ਚੀਜ਼ ਦਾ ਫਿਰ ਅਲੱਗ ਹੀ ਸਵਾਦ ਹੈ। ਸੋ ਮੈਨੂੰ ਲੱਗਦਾ ਹੈ ਇਸੇ ਕਰਕੇ ਫਿਰ ਮੇਰਾ ਤਾਂ ਪਹਿਲਾਂ ਹੀ ਪੜ੍ਹਦਾ ਆ ਰਿਹਾ ਸੀਗਾ ਤੇ ਉਸ ਤੋਂ ਕੇਸ਼ਵ ਕੁਮਾਰ ਦੀ ਕੁਦਰਤੀ ਫਿਰ ਮੈਂ ਉਹ ਕਿਰਦਾਰ ਜੋ ਮੇਰੇ ਜ਼ਿੰਦਗੀ 'ਚ ਆਉਂਦੇ ਗਏ ਮੈਂ ਦੇਖਦਾ ਗਿਆ, ਨਿਭਾਉਂਦਾ ਗਿਆ, ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਫਿਰ ਜਿਹੜੀਆਂ ਪੰਕਤੀਆਂ ਨੇ ਹੋਰ ਮਜ਼ਬੂਤ ਹੁੰਦੀਆਂ ਗਈਆਂ ਮੇਰੇ ਜ਼ਿੰਦਗੀ ਵਿੱਚ। ਦੇਖੋ ਜ਼ਖਮ ਦੋ ਤਰ੍ਹਾਂ ਦੇ ਹੁੰਦੇ ਆ ਦੋਸਤ, ਇੱਕ ਜ਼ਖਮ ਹੁੰਦੇ ਆ, ਇੱਕ ਨਾਸੂਰ ਹੁੰਦੇ ਆ। ਜ਼ਖਮ ਉਹ ਹੁੰਦੇ ਆ ਜਿਹੜੇ ਕੁਝ ਸਮੇਂ ਬਾਅਦ ਭਰ ਜਾਂਦੇ ਆ, ਨਾਸੂਰ ਉਹ ਹੁੰਦੇ ਆ ਜੋ ਭਰਤਾ ਜਾਂਦੇ ਆ ਪਰ ਉਹਨਾਂ ਦੇ ਦਰਦ ਦਾ ਅਹਿਸਾਸ ਹੈ ਜਿਹੜਾ ਉਹ ਹਮੇਸ਼ਾ ਰਹਿੰਦਾ। ਤੇ ਮੈਂ ਮਨਦੀਪ ਜੀ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜ਼ਿੰਦਗੀ ਦੇ ਫੱਟ ਕਿਵੇਂ ਸਿੱਝੇ? ਸੀ ਜੇ ਤੁਸੀਂ ਸਹੀ ਭਾਸ਼ਾ 'ਚ ਪੁੱਛੋ ਤੇ ਫੱਟ ਸਿੱਧੇ ਨਹੀਂ ਜਾਂਦੇ, ਆਪ ਹੀ ਪਰਨੇ ਪਰਮਾਤਮਾ ਪਰ ਕੋਈ ਸੀ ਨਹੀਂ ਸਕਦਾ। ਆਪਾਂ ਕਹਿੰਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ। ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਕੋਈ ਵੀ ਉਹ ਗੱਲ ਰੀਕੈਪ ਹੋ ਜਾਏ ਜਾਂ ਕੁਛ ਹੋ ਜਾਏ ਤੇ ਮੈਨੂੰ ਤਾਂ ਲੱਗਦਾ ਜਿਹੜੇ ਜ਼ਖਮ ਨੇ ਉਹ ਤੁਹਾਡੇ ਦੁਆਰਾ ਹਰੇ ਹੋ ਜਾਂਦੇ ਨੇ, ਜਾਂ ਉਹ ਚਿਹਰਾ ਮੋਹਰਾ ਤੁਹਾਡੇ ਸਾਹਮਣੇ ਆ ਜਾਏ ਜਾਂ ਗੱਲਬਾਤ ਸੁਣ ਲੇ ਤਾਂ ਉਹ ਜ਼ਖਮ ਦੁਬਾਰਾ ਵੀ ਹਰੇ ਕਿਵੇਂ ਹੁੰਦੇ ਨੇ? ਜਦੋਂ ਕੋਈ ਤੁਹਾਡੇ ਚੋਟ ਮਾਰਦਾ, ਜਦੋਂ ਤੁਹਾਨੂੰ ਕੋਈ ਕਟਾਸ਼, ਕੋਈ ਇਸ ਤਰੀਕੇ ਦੇ ਵਰਡਸ, ਕੋਈ ਇਸ ਤਰੀਕੇ ਦੇ ਤੀਰ ਮਾਰਦਾ ਤਾਂ ਵੀ ਉਹ ਜ਼ਖਮ ਹਰੇ ਹੋਣਗੇ। ਕੋਈ ਵੀ ਹੋਵੇ, ਭਾਵੇਂ ਤੁਹਾਡਾ ਲੱਭਪਨ ਹੋਵੇ, ਤੁਹਾਡੀ ਮਾਂ, ਤੁਹਾਡਾ ਪਿਓ, ਕੋਈ ਵੀ ਮਾਰੇਗਾ। ਸੋ ਮੈਨੂੰ ਇਹ ਲੱਗਦਾ ਜਦੋਂ ਅਸੀਂ ਕਿਸੇ ਨਾਲ ਜੁੜਦੇ ਹਾਂ ਤਾਂ ਮਤਲਬ ਉਮਰ ਭਰ ਲਈ ਜੁੜਦੇ ਹਾਂ, ਤੇ ਜਦੋਂ ਵੀ ਉਹ ਬੰਦਾ ਚਿਹਰਾ ਮੋਹਰਾ ਤੁਹਾਡੇ ਸਾਹਮਣੇ ਕਿਸੇ ਵੀ ਰੂਪ 'ਚ ਆਏਗਾ, ਵੈਦਰ ਇਟ ਇਜ਼ ਡਿਜੀਟਲ, ਵੈਦਰ ਇਟ ਇਜ਼ ਕਿਸੇ ਵੀ ਫਾਰਮ ਦੇ ਵਿੱਚ, ਕਿਤੇ ਨਾ ਕਿਤੇ ਤੁਹਾਡੀਆਂ ਤਾਰਾਂ ਤਾਂ ਛਿੜਦੀਆਂ ਨੇ। ਬਟ ਯੈਸ, ਐਟ ਦ ਸੇਮ ਟਾਈਮ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਉਹਨੇ ਪਲੱਸ ਮਾਈਨਸ ਤੁਹਾਡੇ ਨਾਲ ਕੀਤੇ ਉਹਦੇ ਤੁਸੀਂ ਸ਼ਾਇਦ ਲਾਇਕ ਨਹੀਂ ਸੀ, ਤੁਸੀਂ ਬਹੁਤ ਅੱਛਾ ਡਿਜ਼ਰਵ ਕਰਦੇ ਸੀ ਉਸ ਚੀਜ਼ ਨੂੰ, ਠੀਕ ਹੈ, ਤੇ ਸ਼ਾਇਦ ਉਹਦੇ 'ਚ ਇੰਨੀ ਕਾਬਲੀਅਤ ਨਹੀਂ ਸੀ ਕਿ ਤੁਹਾਡੇ ਉਸ ਚੀਜ਼ ਨੂੰ ਪਹਿਚਾਨ ਸਕਦੀ, ਉਹ ਉਹਦੇ ਲਈ ਉਹਦਾ ਬੈਡ ਲੱਕ ਸੀ। ਪਰ ਯੈਸ, ਤੁਹਾਨੂੰ ਕਿਸੇ ਦੇ ਪ੍ਰਤੀ ਦਿਲ ਦੇ ਵਿੱਚ ਕਦੀ ਵੀ ਕੋਈ ਮੈਲ, ਗਲਤ ਭਾਵਨਾ ਨਹੀਂ ਰੱਖਣੀ ਚਾਹੀਦੀ। ਸਾਰਿਆਂ ਨੂੰ ਇਕੁਅਲੀ ਪਿਆਰ ਕਰਨਾ ਚਾਹੀਦਾ। ਲਾਈਫ ਇੱਕ ਹੈ, ਦੁਬਾਰਾ ਆਉਣਾ ਨਹੀਂ, ਪਤਾ ਨਹੀਂ ਕਿਹੜੇ ਕਰੈਕਟਰ ਕਿਹੜੇ ਨੇਮ 'ਚ ਆਉਣਾ। ਇਹ ਜਿਹੜੇ ਕਰੈਕਟਰਸ ਨੇ ਤੁਹਾਨੂੰ ਜ਼ਿੰਦਗੀ 'ਚ ਨਹੀਂ ਮਿਲਣੇ, ਇਹ ਵਨਸ ਐਂਡ ਵਾਈਲ ਪਲੇਡ ਹੋਏ ਨੇ, ਪਰਮਾਤਮਾ ਨੇ ਤੁਹਾਡੀ ਝੋਲੀ 'ਚ ਪਾਏ ਹੋਏ ਨੇ। ਸੋ ਇਹਨਾਂ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਰੱਖੋ ਜਿਵੇਂ ਤੁਸੀਂ ਆਪਣੇ ਲੌਕਰਾਂ 'ਚ ਸੋਨਾ ਜਾਂ ਗੋਲਡ ਰੱਖਦੇ ਹੋ, ਇਸ ਤਰੀਕੇ ਨਾਲ ਇਹਨਾਂ ਨੂੰ ਕਿਤੇ ਨਾ ਕਿਤੇ ਤੁਸੀਂ ਪਾ ਕੇ ਔਰ ਲੁਕੋ ਕੇ ਰੱਖੋ ਦੋਸਤੋ। ਸੋ ਮੈਂ ਇਹ ਕਹਿਣਾ, ਚਾਹੇ ਕੋਈ ਆਇਆ ਚਾਹੇ ਕੋਈ ਗਿਆ, ਮੇਰੇ ਦਿਲ ਦੇ ਵਿੱਚ ਇਕੁਅਲੀ ਪਿਆਰ ਹੈ। ਜਦੋਂ ਮਰਜ਼ੀ ਮਿਲ ਲਿਓ, ਮਨਦੀਪ ਸਣੀ ਤੁਹਾਨੂੰ ਪਹਿਲਾਂ ਵਾਂਗੂ ਮਿਲੂਗਾ, ਸੋ ਉਸ ਤੋਂ ਵੱਧ ਚੜ੍ਹ ਕੇ ਤੁਹਾਨੂੰ ਮਿਲੂਗਾ, ਔਰ ਦਿਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਫੀਲਿੰਗ ਨਹੀਂ। ਪਰ ਹਾਂ, ਤੁਸੀਂ ਵੀ ਕੁਝ ਸਮਝੋ, ਤੁਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰੋ। ਸੋ ਮੈਨੂੰ ਲੱਗਦਾ ਕਿ ਜੇ ਇਸ ਟੌਪਿਕ 'ਤੇ ਬੋਲਣਾ ਹੋਵੇ ਤਾਂ ਦੇਰ ਆਰ ਲੋਟ ਆਫ ਥਿੰਗਸ ਹੈ ਨਾ ਵੀ ਕੈਨ ਡਿਸਕਸ। ਤੇ ਬਸ ਮੈਂ ਇਹਨੂੰ ਸਮ ਅਪ ਕਰਦਾ ਤੇ ਮੇਰੇ ਹਿਸਾਬ ਨਾਲ ਮੇਰਾ ਜਵਾਬ ਇਹਦਾ ਇਹੀ ਸੀ। ਇੱਕ ਜਸਟ 2-3 ਸਵਾਲ ਲੈ ਗਿਆ, ਜੀ। ਇੱਕ ਕੁਐਸਚਨ ਪੁੱਛਣਾ ਬੜਾ ਜ਼ਰੂਰੀ ਹੈ। ਜ਼ਿੰਦਗੀ 'ਚ ਕਿੰਨਾ ਦਾ ਸ਼ੁਕਰੀਆ ਤੇ ਕਿੰਨਾ ਦੇ ਫਿੱਟੇ ਨਹੀਂ, ਫਿੱਟੇ ਹੁਣ ਤਾਂ ਕਿਸੇ ਦੇ ਨਹੀਂ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਤੇ ਫਿੱਟੇ ਮੂੰਹ ਕਹਿਣਾ ਕਿਸੇ ਨੂੰ, ਸਭ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਬਾਰੇ ਕੁਛ ਗੱਲ ਕਰਦੇ ਹਾਂ ਤਾਂ ਸਾਨੂੰ ਆਪਣੀ ਪੀੜੀ ਥੱਲੇ ਵੀ ਝੋਟਾ ਮਾਰਨਾ ਚਾਹੀਦਾ। ਸ਼ੁਕਰੀਆ ਸਭ ਤੋਂ ਪਹਿਲਾਂ ਉਸ ਮੇਰੇ ਪਰਮਾਤਮਾ, ਮੇਰੇ ਗੁਰੂ ਦਾ, ਜਿਨ੍ਹਾਂ ਦੇ ਮੈਂ ਲੜ ਲੱਗਿਆ। ਤੇ ਮੈਂ ਸਰਸੇ ਜਾਣਾ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ, ਤੇ ਮੈਨੂੰ ਹਰ ਚੰਗੇ ਔਰ ਬੁਰੇ ਵਕਤ 'ਚ ਸਿਰਫ ਉਹਨਾਂ ਨੇ ਕੱਢਿਆ। ਤਾਂ ਮੇਰੀ ਜਿਹੜੀ ਜ਼ਿੰਦਗੀ ਦੀ ਹਰ ਇੱਕ ਸਾਹ, ਹਰ ਇੱਕ ਬੂੰਦ, ਹਰ ਇੱਕ ਤਿਨਕਾ ਉਹਨਾਂ ਦੇ ਨਾਂ ਹੈ, ਉਹਨਾਂ ਦਾ ਕਰਜ਼ਦਾਰ ਹੈ, ਕਰਜ਼ ਨਹੀਂ ਮੈਂ ਦੇ ਸਕਦਾ। ਸੋ ਸ਼ੁਕਰੀਆ ਸਭ ਤੋਂ ਪਹਿਲਾਂ ਉਹਨਾਂ ਦਾ। ਉਸ ਤੋਂ ਬਾਅਦ ਮੇਰੇ ਮਾਂ ਪਿਓ ਦਾ, ਜਿਨ੍ਹਾਂ ਦੇ ਕਰਕੇ ਮੈਂ ਇਸ ਦੁਨੀਆ ਵੇਖੀ, ਇਸ ਦੁਨੀਆ 'ਤੇ ਮੈਂ ਆਇਆ। ਮੈਨੂੰ ਇਹਨਾਂ ਨੇ ਨਾਰਿਸ਼ਮੈਂਟਸ ਕੀਤੀਆਂ, ਮੈਨੂੰ ਪਾਲਿਆ, ਮੈਨੂੰ ਇਸ ਲਾਇਕ ਬਣਾਇਆ, ਮੈਨੂੰ ਸੂਝ ਦਿੱਤੀ, ਮੈਨੂੰ ਸਮਝ ਦਿੱਤੀ, ਮੈਨੂੰ ਗੁਰੂ ਦੇ ਲੜ ਲਵਾਇਆ, ਇਹਨਾਂ ਦੇ ਥਰੂ ਲੱਗਿਆ ਮੈਂ ਚਾਹੇ। ਸੋ ਦੂਜਾ ਸ਼ੁਕਰੀਆ ਮੇਰਾ ਉਹਨਾਂ ਦਾ। ਤੀਸਰਾ ਸ਼ੁਕਰੀਆ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਸਮਾਂ ਕੱਟਿਆ, ਚਾਹੇ ਸਾਲ, 2-4 ਸਾਲ, ਮੈਨੂੰ ਜ਼ਿੰਦਗੀ 'ਚ ਬਹੁਤ ਕੁਝ ਸਿਖਾਇਆ, ਬਹੁਤ ਕੁਝ ਦਿੱਤਾ ਵੀ, ਖੁਸ਼ੀਆਂ ਵੀ ਦਿੱਤੀਆਂ,
ਉਸ ਮੂਮੈਂਟਸ ਨੂੰ ਸਪੈਸ਼ਲ ਬਣਾਇਆ ਮੇਰੀ ਲਾਈਫ ਦੇ ਵਿੱਚ, ਮੈਨੂੰ ਸਪੈਸ਼ਲ ਫੀਲ ਕਰਾਇਆ, ਮੈਨੂੰ ਕਿ ਹੀਰੋ ਵਾਂਗੂ ਟ੍ਰੀਟ ਕੀਤਾ ਉਸ ਟਾਈਮ ਲਈ। ਔਰ ਉਸ ਪਲ ਨੂੰ ਮੇਰੇ ਜ਼ਿੰਦਗੀ ਦੇ ਸੁਨਹਿਰੀ ਪਲਾਂ ਦੇ ਵਿੱਚ ਤੁਸੀਂ ਲਿਖਿਆ, ਚਾਹੇ ਉਹ ਕੋਈ ਵੀ ਸੀ, ਚਾਹੇ 6 ਮਹੀਨੇ, ਸਾਲ, 5 ਸਾਲ, ਜੋ ਵੀ ਸੀ, ਮੈਂ ਉਹਨਾਂ ਸਭ ਦਾ ਸ਼ੁਕਰਗੁਜ਼ਾਰ ਹਾਂ। ਔਰ ਹਮੇਸ਼ਾ ਯਾਦ ਰੱਖੂੰਗਾ, ਆਖਰੀ ਸਾਹ ਤੱਕ ਯਾਦ ਰੱਖੂੰਗਾ। ਔਰ ਮੈਂ ਈਵਨ ਹੁਣ ਵੀ ਇਸ ਤਰ੍ਹਾਂ ਦਾ ਬੰਦਾ ਹਾਂ, ਜੇ ਮੈਨੂੰ ਕਵੇ ਕੋਈ ਯਾਰ ਦੁਬਾਰਾ ਗੈਟ ਟੂਗੇਦਰ ਕਰੀਏ, ਮਿਲੀਏ, ਤਾਂ ਤੁਸੀਂ ਪਰਮਾਤਮਾ ਨੂੰ ਜਾਣ ਦੇਣੀ ਹੈ। ਮੇਰੇ ਦਿਲ ਦੇ ਵਿੱਚ ਅੱਜ ਵੀ 1% ਵੀ ਕਿਸੇ ਦੇ ਲਈ ਕੋਈ ਮਾੜਾ ਜਾਂ ਫੀਲਿੰਗ ਨਹੀਂ ਹੈ। ਉਸੇ ਤਰੀਕੇ ਨਾਲ ਸਨੀ ਨੂੰ ਅਜ਼ਮਾ ਲਿਓ, ਉੱਥੇ ਹੀ ਮਿਲੇਗਾ, ਚਾਹੇ ਇਹ ਬੇਵਕੂਫ ਹੈ, ਚਾਹੇ ਸਿਆਣਾ ਹੈ। ਪਰ ਯੈਸ, ਮੈਂ ਸਭ ਦੇ ਸ਼ੁਕਰਗੁਜ਼ਾਰ ਹਾਂ, ਯਾਰਾਂ ਬੇਲੀਆਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜਾ ਟਾਈਮ ਕੱਢਦੇ ਆ ਮੇਰੇ ਨਾਲ, ਆਉਂਦੇ ਚੱਲਦੇ ਆ, ਮੈਨੂੰ ਮਿਲਦੇ ਆ। ਆਪਣਾ ਸ਼ੁਕਰਗੁਜ਼ਾਰ ਹਾਂ ਜਿਹਨੇ ਆਪਦੇ ਆਪ ਨੂੰ ਸਾਂਭਿਆ, ਇੰਨੀਆਂ ਮੁਸੀਬਤਾਂ ਆਈਆਂ, ਇੰਨੀਆਂ ਲੋਕਾਂ ਨੇ, ਚਲੋ ਮੈਂ ਉਹ ਚਾਹੇ ਉਹ ਆਪਣੇ ਸੀ, ਉਹਨਾਂ ਨੇ ਪਤਾ ਨਹੀਂ ਕੀ ਕੁਛ ਕੀਤਾ ਮੇਰੇ ਨਾਲ, ਕੀ ਦਿਖਾਇਆ ਮੈਨੂੰ, ਪਰ ਮੈਂ ਉਸ ਪਰਮਾਤਮਾ ਦਾ ਫਿਰ ਸ਼ੁਕਰਗੁਜ਼ਾਰ ਹਾਂ, ਉਹਨੇ ਮੈਨੂੰ ਉਸ ਤੋਂ ਕੱਢਿਆ। ਅਤੇ ਇਹ ਸਮੇਂ ਲਈ ਸ਼ੁਕਰਗੁਜ਼ਾਰ ਹਾਂ, ਵਧੀਆ ਕਰਦੇ ਹਾਂ, ਵਧੀਆ ਖਾਂਦੇ ਹਾਂ, ਪੀਂਦੇ ਹਾਂ, ਵਧੀਆ ਘੁੰਮਦੇ ਹਾਂ, ਤੁਹਾਡੇ ਸਾਹਮਣੇ ਹੈ। ਅਤੇ ਇਹ ਸਮਾਂ ਜਿਹੜਾ, ਔਰ ਮਾਂ ਪਿਓ ਸਾਰਾ ਕੁਛ ਰਾਗ ਮਤਲਬ ਭਾਗ ਲੱਗੇ ਹੋਏ ਨੇ, ਰੰਗ ਲੱਗੇ ਹੋਏ ਨੇ ਘਰੇ। ਸੋ ਮੈਂ ਹਰ ਪਲ ਦਾ ਸ਼ੁਕਰਗੁਜ਼ਾਰ ਹਾਂ, ਹਰ ਪੱਤੇ ਟਹਿਣੀ ਦਾ ਸ਼ੁਕਰਗੁਜ਼ਾਰ ਹਾਂ। ਮੇਰੇ ਘਰੇ ਪੈਟ ਹੈ ਡੇਜ਼ੀ, ਮੈਂ ਉਹਦਾ ਸ਼ੁਕਰਗੁਜ਼ਾਰ ਹਾਂ। ਜਦੋਂ ਉਹ ਪਿਆਰ ਕਰਦੀ ਹੈ, ਤੁਸੀਂ ਦੁਨੀਆ ਭੁਲਾ ਦਿੰਦੀ ਹੈ। ਜਦੋਂ ਮੈਂ ਬਾਹਰ ਜਾਂਦਾ, ਮੈਂ ਕਿਤੇ ਵੀ ਬਹਿਣਾ, 10 ਮਿੰਟ ਜਿੱਥੇ ਨਾਲ ਵੀ ਗੱਲ ਕਰਦਾ, ਜਿੱਥੋਂ ਮੈਨੂੰ ਰੋਜ਼ੀ ਰੋਟੀ ਮਿਲਦੀ ਹੈ, ਰੋਜ਼ਗਾਰ, ਮੇਰੀ ਟੀਮ, ਮੇਰੇ ਮੈਂਬਰਸ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਚੰਗੇ ਪਾਸੇ ਲਾਇਆ ਔਰ ਮੈਨੂੰ ਇਸ ਲਾਇਕ ਬਣਾਉਂਦੇ ਨੇ, ਮੈਨੂੰ ਸਿਖਾਉਂਦੇ ਨੇ ਅਤੇ ਰਲ ਕੇ ਮੇਰੇ ਨਾਲ ਚੱਲਦੇ ਨੇ। ਸੋ ਜੇ ਮੈਂ ਸ਼ੁਕਰ ਦੀ ਗੱਲ ਕਰਾਂ ਤਾਂ ਸਵੇਰੇ ਉੱਠ ਕੇ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਉੱਠਦੇ ਸਾਰ ਤੁਸੀਂ ਸ਼ੁਕਰ ਹੀ ਕਰੋ। ਇਹ ਨਹੀਂ ਪਤਾ ਪਰਮਾਤਮਾ ਤੁਹਾਨੂੰ ਪਤਾ ਨਹੀਂ ਕੀ ਕੁਛ ਬਖਸ਼ਦਾ ਹੈ। ਸੋ ਮੈਂ ਪਲ ਹਰ ਪਲ ਮਰਦੇ ਦਮ ਤੱਕ ਹਰ ਚੀਜ਼ ਦਾ ਸ਼ੁਕਰਗੁਜ਼ਾਰ। ਸੋਹਣਾ ਲੱਗਿਆ ਜੀ। ਤੁਹਾਨੂੰ ਥੋੜਾ ਹਲਕਾ ਫੀਲ ਹੋ ਰਿਹਾ? ਹਾਂ ਜੀ, ਭਾਰਾ ਨਹੀਂ, ਹਾਲ ਦੀ ਘੜੀ ਤਾਂ ਜੀ ਮੈਨੂੰ ਕਈ ਫੀਲ ਹੋ ਰਿਹਾ ਤੇ ਭਾਰਾ ਪੂਰਾ ਹੁਣ ਫੀਲ ਘੱਟ ਹੀ ਹੁੰਦਾ ਮਹਾਰਾਜ। ਚਲੋ ਵਧੀਆ ਗੱਲ ਹੈ। ਜਿਹੜੇ ਫੱਟ ਨੇ ਉਹ ਸਿੱਚੇ ਜਾਣ ਤੇ ਉਹਨਾਂ ਦੀ ਤਪਸ਼ਾ ਜਿਹੜੀ ਉਹ ਖਤਮ ਹੋ ਜਾਵੇ। ਫੱਟ ਸੀਚੇ ਨਾ ਜਾਣ, ਫੱਟ ਸੀਤੇ ਜਾਣ ਤਾਂ ਵਧੀਆ। ਨਹੀਂ, ਜੇ ਦੁਬਾਰਾ ਸੀਚਦੇ ਤੁਸੀਂ ਤੇ ਉਹ ਫਿਰ ਪੈਦਾ ਹੋ ਜਾਣਗੇ ਤੇ ਬੀਜ ਬਣ ਕੇ ਤੇ ਫਿਰ ਬੂਟਾ ਬਣ ਜਾਏਗਾ। ਰਾਈਟ, ਮੈਂ ਸੀਚੇ ਵਰਡ ਇਸ ਲਈ ਯੂਜ਼ ਕੀਤਾ ਕਿਉਂਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਗਰੋਥ ਕਰਨੀ ਹੈ ਨਾ, ਤਾਂ ਤੁਹਾਨੂੰ ਆਪਣਾ ਪਾਸਟ ਹੈ ਜਿਹੜਾ ਉਹਨੂੰ ਨਾਲ ਲੈ ਕੇ ਚੱਲਣਾ। ਚਾਹ ਨੂੰ ਵੀ ਥੋੜੇ ਨਾਲ ਲੈ ਕੇ ਚੱਲੋ, ਕਿਤੇ ਉਹ ਠੰਡੀ ਨਾ। ਕੋਈ ਗੱਲ ਨਹੀਂ, ਥੋੜੇ ਲਓ ਸਰ। ਤੇ ਮੈਂ ਥੋੜਾ ਪਰਸਨਲ ਕੁਐਸਚਨ ਪੁੱਟ ਕਰਨਾ ਚਾਹੂੰਗਾ ਤੁਹਾਨੂੰ ਕਿ ਉਹ ਜੋ ਵੀ ਸੀ ਉਹ ਖੂਬ ਸੀ ਜਾਂ ਖੂਬਸੂਰਤ ਸੀ? ਇੰਟਰਸਟਿੰਗ। ਖੂਬ ਦੇ ਵਿੱਚ ਸਾਰੀ ਚੀਜ਼ਾਂ ਆ ਗਈਆਂ। ਮੈਨੂੰ ਲੱਗਦਾ ਖੂਬ ਸੀ, ਖੂਬ ਦੇ ਵਿੱਚ ਸ਼ਾਇਦ ਖੂਬਸੂਰਤ ਵੀ ਆ ਗਿਆ। ਜਦੋਂ ਖੂਬ ਹੋ ਗਿਆ ਇਹ 99% ਉਸ ਚੀਜ਼ਾਂ ਕੰਪਲੀਟ ਹੋ ਗਈਆਂ। 100% ਤਾਂ ਫਿਰ ਪਰਮਾਤਮਾ ਆ ਤੇ ਖੂਬ ਸੀ ਉਹ। ਖੂਬ ਤੇ ਖੂਬਸੂਰਤ 'ਚ ਅੰਤਰ ਹੈ ਥੋੜਾ ਜਿਹਾ ਦੋਸਤੋ। ਜਿਹੜੇ ਜ਼ਿਆਦਾ ਖੂਬਸੂਰਤ ਹੁੰਦੇ ਖੂਬ ਨਹੀਂ ਹੁੰਦੇ ਜੀ। ਖੂਬ ਉਹ ਇਨਸਾਨ ਹੁੰਦਾ ਜੋ ਹਰ ਇੱਕ ਪਰਸਨ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੋ, ਚਾਹੇ ਉਹ ਚੰਗਾ ਹੈ ਚਾਹੇ ਉਹ ਮਾੜਾ। ਜੀ ਦੇਖੋ, ਜਿਹੜਾ ਖੂਬ ਇਸ ਹਿਸਾਬ ਨਾਲ ਤਾਂ ਦੇਖੋ ਇਹ ਚੀਜ਼ ਸ਼ਾਇਦ ਉਹਨਾਂ ਤੋਂ ਪੁੱਛੋਗੇ ਤੇ ਉਹ ਮੇ ਵੀ ਦੱਸ ਸਕਣ ਕਿ ਖੂਬ ਕੌਣ ਸੀ ਤੇ ਖੂਬਸੂਰਤ ਕੌਣ ਸੀ। ਸੋ ਜੇ ਤੁਸੀਂ ਮੈਨੂੰ ਕੁਐਸਚਨ ਇਹ ਚੀਜ਼ ਤੋਂ ਪੁੱਛੋਗੇ, ਮੈਂ ਅੱਜ ਤੱਕ ਕਿਸੇ ਖੂਬਸੂਰਤੀ ਦੇ ਤਾਂ ਡੁੱਲਿਆ ਨਹੀਂ, ਕਦੀ ਸ਼ਕਲ ਦੇਖ ਕੇ ਕਿਸੇ ਨਾਲ ਪਿਆਰ ਨਹੀਂ ਕੀਤਾ। ਈਵਨ ਜਦੋਂ ਵੀ ਜ਼ਿੰਦਗੀ 'ਚ ਜਦੋਂ ਵੀ ਕੁਝ ਚੀਜ਼ ਹੋਈ ਤਾਂ ਉਹ ਬਸ ਇੱਕ ਪਰਮਾਤਮਾ ਤੌਰ 'ਤੇ ਇੱਕ ਇੱਦਾਂ ਲੱਗਦਾ ਕਿ ਕਲਿੱਕ ਹੋਈ ਕਿ ਚੀਜ਼ ਆਵਾਜ਼ 'ਤੇ, ਕਿਸੇ ਦੇ ਸੈਕਰੀਫਾਈਸ 'ਤੇ, ਕਿਸੇ ਦੀ ਕਮਿਟਮੈਂਟਸ 'ਤੇ ਹੀ ਮੈਂ ਜੋ ਜ਼ਿੰਦਗੀ 'ਚ ਕੀਤਾ। ਮੈਂ ਕਦੀ ਵੀ ਪਿਆਰ ਨੂੰ ਸੌਦੇ 'ਚ ਪੈਸੇ ਨਾਲ, ਜ਼ਮੀਨ ਨਾਲ, ਸ਼ਕਲ ਨਾਲ, ਹੁਸਨ ਨਾਲ, ਰੁਤਬੇ ਨਾਲ ਕਦੀ ਨਹੀਂ ਤੋਲਿਆ। ਸੋ ਮੈਨੂੰ ਲੱਗਦਾ ਕਿ ਮੇਰਾ ਦੇਖਣ ਦਾ ਤਰੀਕਾ ਇਹ ਸੀ। ਹੁਣ ਅੱਗੇ ਖੂਬ ਸੀ ਜਾਂ ਖੂਬਸੂਰਤ ਸੀ, ਇਹ ਪਰਮਾਤਮਾ ਦੀ ਕਚਹਿਰੀ 'ਚ ਜਾ ਕੇ ਉਹ ਤੁਸੀਂ ਆਪ ਡਿਸਾਈਡ ਕਰ ਲਿਓ ਕੌਣ ਖੂਬ ਸੀ ਕੌਣ ਖੂਬਸੂਰਤ ਸੀ। ਤੇ ਆਖਰੀ ਸਵਾਲ ਹੈ, ਜ਼ਿੰਦਗੀ ਵਿੱਚ ਕੋਈ ਆਖਰੀ ਸੁਨੇਹਾ ਦੇਣਾ ਹੋਵੇ? ਇਸ ਤੋਂ ਬਾਅਦ ਮਹਾਰਾਜ ਮੈਂ ਹੈਗਾ ਨਾ ਦੁਨੀਆ ਤੇ। ਨਹੀਂ, ਤੁਸੀਂ ਦੁਨੀਆ ਦੇ ਹੈਗੇ ਹੋ, ਮੰਨ ਲਓ ਤੁਸੀਂ ਕਿਸੇ ਨੂੰ ਆਖਰੀ ਸੁਨੇਹਾ ਦੇਣਾ ਹੋਵੇ ਤਾਂ ਕੀ ਆਟੋਗ੍ਰਾਫ ਦੇਣਗੇ? ਆਖਰੀ ਆਟੋਗ੍ਰਾਫ ਤੁਹਾਡਾ ਕੀ ਹੋਵੇ? ਜ਼ਿੰਦਗੀ ਦਾ ਆਟੋਗ੍ਰਾਫ।
ਦੇਖੋ ਬੜੀਆਂ ਨਾ ਸਿੰਪਲ ਗੱਲਾਂ ਵੀ ਕਿਸੇ ਨੂੰ ਕਹਿ ਦੇਣਾ ਕਿ ਤੁਸੀਂ ਖੁਸ਼ ਰਹੋ, ਤੁਸੀਂ ਹੈਪੀ ਰਹੋ, ਤੁਸੀਂ ਤੁਹਾਨੂੰ ਪ੍ਰਮਾਤਮਾ ਸਾਰਾ ਕੁਝ ਦਵੇ ਪਰ ਤੁਹਾਨੂੰ ਇਹ ਗਲਤੀਆਂ ਦਾ ਅਹਿਸਾਸ ਵੀ ਪ੍ਰਮਾਤਮਾ ਕਰਵਾਵੇ, ਜ਼ਰੂਰ ਕਰਵਾਵੇ। ਔਰ ਐਸਾ ਅਹਿਸਾਸ ਕਰਵਾਵੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਐਟਲੀਸਟ ਇਹੋ ਜਿਹਾ ਕੋਈ ਮੈਸੇਜ ਦੇ ਸਕੋ ਕਿ ਜੋ ਤੁਸੀਂ ਗਲਤੀਆਂ ਕੀਤੀਆਂ ਨੇ ਪਲੀਜ਼ ਉਹ ਬੱਚਿਆਂ 'ਤੇ ਨਾ ਇੰਪਲੀਮੈਂਟ ਕਰੋ। ਜਿਹੜਾ ਇੱਕ ਸੈਕਿੰਡ ਮੇਰਾ ਇਹ ਮੈਸੇਜ ਹੈ, ਕੱਚੀ ਉਮਰ ਜਿਹੜਾ ਪਿਆਰ ਹੁੰਦਾ ਤਾਂ ਬੜਾ ਪੱਕਾ ਹੁੰਦਾ, ਉਹਦੇ ਵਿੱਚ ਤਾਂ ਬਹੁਤੇ ਸਵਾਰਥ ਨਹੀਂ ਹੁੰਦੇ ਗੋਬਿੰਦ ਜੀ, ਤੇ ਉਹਦੇ ਵਿੱਚ ਸਿਰਫ ਔਰ ਸਿਰਫ ਦਿਲ ਦੇਖਿਆ ਜਾਂਦਾ, ਉਸ ਵਿੱਚ ਸੂਰਤਾਂ ਨਹੀਂ ਦੇਖੀਆਂ ਜਾਂਦੀਆਂ, ਉਸ ਟਾਈਮ ਨਿਭਾਉਣੀ ਲਿਖੀ। ਤੁਸੀਂ ਦੇਖਿਆ ਹੋਣਾ ਛੋਟੀ ਉਮਰ ਦੇ ਵਿੱਚ ਬੰਦਾ ਨਿਭਾਉਣ ਨੂੰ ਕੀ ਕੁਛ, ਈਵਨ ਪੱਕੀ ਉਮਰੇ ਵੀ ਜਦੋਂ ਉਹ ਬੀਜ ਲੱਗ ਜਾਂਦਾ ਜਾਂ ਵੱਡਾ ਹੋ ਜਾਂਦਾ ਤਾਂ ਕਈ ਰੂਹਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਪਿਆਰ ਮਤਲਬ ਪਿਆਰ ਹੀ ਹੈ, ਨਾ ਕਿ ਸੌਤੇਬਾਜ਼ੀ ਹੈ, ਨਾ ਕੋਈ ਪੈਸਾ ਹੈ, ਨਾ ਕੋਈ ਰੁਤਬਾ ਹੈ। ਸੋ ਜਿਹੜੀ ਐਸੀ ਇਨੋਸੈਂਸ ਹੁੰਦੀ ਹੈ ਨਾ, ਉਹ ਪ੍ਰਮਾਤਮਾ ਦਾ ਦਿੱਤਾ ਇੱਕ ਨਾਇਆਬ ਕ੍ਰਿਸ਼ਮਾ ਹੁੰਦਾ। ਉਹਨੂੰ ਕਦੀ ਵੀ, ਚਾਹੇ ਉਹ ਕਿਸੇ ਦੇ ਹੱਥ 'ਚ ਹੈ ਚਾਹੇ ਤੁਹਾਡੇ ਹੱਥ 'ਚ ਹੈ, ਉਹਨੂੰ ਅੱਗ ਲਾ ਕੇ ਫੂਕੋ ਨਾ, ਉਹਨੂੰ ਰਿਸਪੈਕਟ ਦਿਓ, ਉਹਨੂੰ ਰਿਸਪੈਕਟ ਕਰੋ। ਦੂਸਰੀ ਗੱਲ, ਜੇ ਤੁਸੀਂ ਜ਼ਿੰਦਗੀ 'ਚ ਕਿਸੇ ਨਾਲ ਇਸ ਤਰੀਕੇ ਨਾਲ ਕਰ ਦਿੱਤਾ ਜਾਂ ਹੋ ਗਿਆ, ਤੁਸੀਂ ਆਪਣੀ ਅਰਦਾਸ 'ਚ ਚੀਜ਼ ਨੂੰ ਸ਼ਾਮਿਲ ਕਰਨਾ ਕਿ ਪ੍ਰਮਾਤਮਾ ਜੋ ਮੈਥੋਂ ਹੋਇਆ ਮੈਨੂੰ ਮਾਫ ਕਰੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬੱਚਿਆਂ ਨਾਲ ਜਾਂ ਮੇਰੇ ਫਿਊਚਰ ਦੇ ਵਿੱਚ ਮੈਨੂੰ ਇੰਨੀ ਸਤਮੱਦੀ ਬਖਸ਼ੀ ਕਿ ਮੈਂ ਅੱਗੇ ਇਹੋ ਜਿਹੇ ਸਟੈਪ ਨਾ ਲਵਾਂ। ਸੋ ਮੇਰੇ ਦਿਲ ਦੇ ਵਿੱਚ ਜੇ ਤੁਸੀਂ ਪਰਸਨਲੀ ਗੱਲ ਕਰੋਗੇ, ਮੇਰੇ ਦਿਲ 'ਚ ਉਹਨਾਂ ਦੀ ਕੋਈ ਮੈਲ ਨਹੀਂ, ਬਹੁਤ ਪਿਆਰ ਹੈ, ਬਹੁਤ ਰਿਸਪੈਕਟ ਹੈ, ਤਾਂ ਉਮਰ ਰਹੂਗੀ। ਜੇ ਕਿਤੇ ਆਟੋਗ੍ਰਾਫ ਇਹੀ ਹੈ, ਅੱਜ ਵੀ ਸਨੀ ਆਪਣੀ ਹੋਸ਼ੋਵਾਸ 'ਚ ਕਹਿੰਦਾ ਆਟੋਗ੍ਰਾਫ ਇਹ ਹੈ, ਜੇ ਕਿਤੇ ਜਾਣ ਦੀ ਲੋੜ ਪੈ ਗਈ ਨਾ, ਕਿਸੇ ਵੀ ਚੀਜ਼ ਦੀ ਲੋੜ ਪੈ ਗਈ ਜਿਹੜੀ ਤੁਹਾਡੇ ਤੋਂ ਨਾ ਬਣਦੀ ਹੋਈ, ਆਪਦਾ ਆਪ ਵੇਚ ਕੇ ਦੇਣਾ, ਚਾਹੇ ਸਰੀਰ ਵੇਚਣਾ ਪੈ ਜਾਏ। ਪਤਾ ਨਹੀਂ ਮੈਂ ਹੁਣੇ ਗੱਲ ਇਮੋਸ਼ਨ ਚਾਲੀ ਕਰ ਰਿਹਾ ਜਾਂ ਕਿਵੇਂ ਵੀ ਕਰ ਰਿਹਾ, ਹੋ ਸਕਦਾ ਮੈਂ ਇੱਥੇ ਪੂਰ ਚੜਾ ਨਾ ਚੜਾ, ਪਰ ਇਸ ਪਲ ਦੇ ਵਿੱਚ ਜੋ ਮੈਂ ਗੱਲ ਕਹੀ ਆ ਨਾ, ਉਹ ਮੈਂ ਹੋਸ਼ੋ ਹਵਾਸ 'ਚ ਕਹੀ। ਇਹੀ ਮੇਰੀ ਜ਼ਿੰਦਗੀ ਦਾ ਫੋਟੋਗ੍ਰਾਫ ਹੈ, ਇਹੀ ਸਭ ਤੋਂ ਵੱਡਾ ਜਵਾਬ ਹੈ। ਬੜਾ ਚੰਗਾ ਲੱਗਿਆ ਮਨਦੀਪ ਵੀਰੇ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਸੋ ਮਚ। ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਿ ਮਨਦੀਪ ਵੀਰੇ ਤੋਂ ਟੁੱਟ ਚੁੱਕੇ ਨੇ ਜਾਂ ਮਨਦੀਪ ਵੀਰੇ ਨਾਲ ਆਪਣੇ ਪਾਸਟ ਦੇ ਵਿੱਚ ਜੁੜੇ ਹੋਏ ਸੀ, ਤੁਸੀਂ ਯਾਰ ਇੱਕ ਵਾਰ ਆਪਣੀ ਮੰਜੀ ਥੱਲੇ ਸੁੱਟਾ ਜ਼ਰੂਰ ਮਾਰਿਓ ਤੇ ਦੇਖਿਓ ਵੀ ਤੁਹਾਡੇ ਤੋਂ ਜ਼ਿੰਦਗੀ ਦੇ ਵਿੱਚ ਕੀ ਗਲਤੀਆਂ ਹੋਈਆਂ। ਕਈ ਵਾਰ ਇੱਕ ਸੌਰੀ ਫੀਲ ਕਰਦੇ ਨਾਲ ਕਿਸੇ ਇਨਸਾਨ ਨੂੰ ਬੜਾ ਸੁੱਖ ਮਿਲ ਜਾਂਦਾ। ਕਿਉਂ ਮਨਦੀਪ? ਨਹੀਂ, ਚਲੋ ਕੋਈ ਗੱਲ। ਚਲੋ ਬੜਾ ਧੰਨਵਾਦ ਤੁਹਾਡਾ, ਤੇ ਇਸ ਇੰਟਰਵਿਊ ਨੂੰ ਇੱਥੇ ਹੀ ਕਲੋਜ਼ ਕਰਦੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਾਂਗਾ ਵੀਰੇ ਦੀਆਂ ਚੜਾਈਆਂ ਰੱਖੇ, ਹਮੇਸ਼ਾ ਖੁਸ਼ ਰੱਖੇ, ਚੰਗੀਆਂ ਸਿਹਤਾਂ ਦੇਵੇ। ਧੰਨਵਾਦ। ਠੀਕ ਹੈ, ਸਤਿ ਸ਼੍ਰੀ ਅਕਾਲ।